पत्रकार होने के नाते में बीएसपी मेरी बीट थी। मैंने उनकी बाइट ली, उनको गुस्सा आ गया, उन्होंने मेरे ऊपर हाथ चला। कांशीराम का असली चेहरा नहीं था। कॉन्फ्रेंस खत्म हुई, उन्होंने मेरी तरफ देखा, वो आए, हेल्ड मी लाइक एन एल्डर एंड ही सेड नथिंग पर्सनल। ਭਾਰਤੀ ਪੱਤਰਕਾਰਤਾ ਦੇ ਇਤਿਹਾਸ ਵਿੱਚ ਇੱਕ ਅਜੀਬ ਜਿਹੀ ਘਟਨਾ ਵਾਪਰੀ ਸੀ। ਬਹੁਤੇ ਨੂੰ ਘਟਨਾ ਚੇਤੇ ਵੀ ਹੋਊਗੀ ਤੇ ਜਿਨ੍ਹਾਂ ਨੂੰ ਨਹੀਂ ਚੇਤੇ ਉਹਨਾਂ ਨੂੰ ਆਪਾਂ ਯਾਦ ਕਰਵਾ ਦਿੰਦੇ ਹਾਂ, ਤੇ ਜਿਨ੍ਹਾਂ ਨੇ ਨਹੀਂ ਸੁਣੀ ਤੇ ਉਹਨਾਂ ਨੂੰ ਵੀ ਆਪਾਂ ਉਹ ਸਾਰੀ ਘਟਨਾ ਦਾ ਵਿਵਰਣ, ਉਸ ਕਹਾਣੀ ਪਿੱਛੇ ਅਸਲ ਵਿੱਚ ਸੱਚਾਈ ਕੀ ਸੀ। ਕਹਾਣੀ ਇਹ ਸੀ ਕਿ DS4 ਬਾਮਸੇਵ ਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀਰਾਮ ਨੇ ਭਾਰਤ ਦੇ ਮੰਨੇ ਪ੍ਰਮੰਨੇ ਜਰਨਲਿਸਟ ਪੱਤਰਕਾਰ ਆਸ਼ੂਤੋਸ਼ ਦੇ ਥੱਪੜ ਮਾਰ ਦਿੱਤਾ ਸੀ। ਜਿਨ੍ਹਾਂ ਨੇ ਉਹ ਵੀਡੀਓ ਦੇਖੀ ਉਹਨਾਂ ਨੂੰ ਯਾਦ ਹੋਏਗਾ, ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਉਹ ਕਿਰਪਾ ਕਰਕੇ ਪਹਿਲਾਂ ਵੀਡੀਓ ਦੇਖ ਲੈਣ। ਬਾਕੀ ਕਹਾਣੀ ਆਪਾਂ ਪੂਰੀ ਵਿਸਥਾਰ ਸਹਿਤ ਤੱਥਾਂ ਸਹਿਤ ਅੱਗੇ ਰੱਖਦੇ ਹਾਂ। क्या बात है, क्या बात है, क्या बात है, जबरदस्ती है ऐसा नहीं बोलना चाहिए। आप जाइए, पुलिस का फोन करो, पुलिस का फोन करो। ਸਾਹਿਬ ਕਾਂਸ਼ੀਰਾਮ ਵੱਲੋਂ ਆਸ਼ੂਤੋਸ਼ ਨੂੰ ਥੱਪੜ ਮਾਰਨ ਦੀ ਜਿਹੜੀ ਘਟਨਾ ਵਾਪਰੀ ਸੀ ਉਹ ਹਮਾਜ਼ੂ ਰੋਡ ਸਥਿਤ ਸਾਹਿਬ ਸ਼੍ਰੀ ਕਾਂਸ਼ੀਰਾਮ ਦੇ ਨਿਵਾਸ ਵਿਖੇ ਵਾਪਰੀ ਸੀ। ਅਸਲ ਵਿੱਚ ਉੱਤਰ ਪ੍ਰਦੇਸ਼ ਦੀ ਵਿਧਾਨ ਸਭਾ ਦਾ ਇਲੈਕਸ਼ਨ ਹੋ ਚੁੱਕਿਆ ਸੀ, ਪਰ ਕਿਸੇ ਵੀ ਪਾਰਟੀ ਕੋਲ ਬਹੁਮਤ ਨਹੀਂ ਸੀ ਤੇ ਜਿਹਨੂੰ ਅਸੀਂ ਹੰਗ ਅਸੈਂਬਲੀ ਕਹਿ ਸਕਦੇ ਹਾਂ, ਉਹ ਹੋਂਦ ਵਿੱਚ ਆ ਚੁੱਕੀ ਸੀ, ਪਰ ਸਰਕਾਰ ਬਣਾਉਣ ਨੂੰ ਕੋਈ ਤਿਆਰ ਨਹੀਂ ਸੀ ਕਿਉਂਕਿ ਕੌਰ ਮਿੱਠੇ ਤਜਰਬੇ ਹੋ ਚੁੱਕੇ ਸੀ। ਨਾ ਬਸਪਾ ਸਪਾ ਨਾਲ ਜਾ ਸਕਦੀ ਸੀ ਤੇ ਕਾਂਗਰਸ ਨਾਲ ਰਲ ਕੇ ਵੀ ਸਰਕਾਰ ਨਹੀਂ ਬਣਦੀ ਸੀ। ਤੇ ਇੱਕ ਸਪੇਸ ਸੀ, ਉਹ ਇਹ ਸੀ ਕਿ ਬਹੁਜਨ ਸਮਾਜ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਅਗਰ ਰਲ ਕੇ ਸਰਕਾਰ ਬਣਾਉਣ ਤਾਂ ਸਰਕਾਰ ਦੋਹਾਂ ਦੀ ਬਣ ਸਕਦੀ ਹੈ। ਪਰ 3 ਜੂਨ 1995 ਤੋਂ ਬਾਅਦ ਜਿਹੜੀ ਬਹੁਜਨ ਸਮਾਜ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਸਰਕਾਰ ਬਣੀ ਸੀ, ਉਹ ਵੀ 4-4.5 ਮਹੀਨੇ ਚੱਲ ਕੇ ਖਿਲਰ ਪੱਤਰ ਚੁੱਕੀ ਸੀ। ਰਿਸ਼ਤੇ ਵਿੱਚ ਕਾਫੀ ਖਟਾਸ ਆ ਚੁੱਕੀ ਸੀ। ਆਸ਼ੂਤੋਸ਼ ਕੋ ਇੱਕ ਪਰਦੇ ਤੇ ਪਿੱਛੇ ਦੀ ਕਹਾਣੀ ਸੀ ਵੀ ਬੀਜੇਪੀ ਤੇ ਬਹੁਜਨ ਸਮਾਜ ਪਾਰਟੀ ਰਲ ਕੇ ਸਰਕਾਰ ਬਣਾ ਸਕਦੀ ਹੈ। ਭਾਰਤ ਦਾ ਪੂਰਾ ਮੀਡੀਆ ਇਹਨਾਂ ਕਨਸੂਆਂ ਨੂੰ ਹਕੀਕਤ ਵਿੱਚ ਬਦਲਣ ਦੇਖਣ ਲਈ ਸਾਰੇ ਕੈਮਰਾਮੈਨ, ਸਾਰੇ ਪੱਤਰਕਾਰ ਸਾਹਿਬ ਕਾਂਸ਼ੀਰਾਮ ਦੇ ਹਮਾਂਜੂ ਰੋਡ ਸਥਿਤ ਨਿਵਾਸ ਤੇ ਇਕੱਠੇ ਹੋ ਚੁੱਕੇ ਸੀ ਇਸ ਖਬਰ ਦੀ ਪੁਸ਼ਟੀ ਕਰਨ ਲਈ। ਤੇ ਸੂਰਜਭਾਨ ਵੀ ਉੱਥੇ ਸਾਹਿਬ ਦੇ ਕੋਲ ਬੈਠੇ ਸੀ, ਜੋ ਬੀਜੇਪੀ ਦੇ ਸੈਕਟਰੀ ਨੇਤਾ ਸੀ। ਪਰ ਆਸ਼ੂਤੋਸ਼ ਦੇ ਦੱਸਣ ਮੁਤਾਬਕ ਕਿ ਜਦੋਂ ਸੂਰਜਭਾਨ
ਕਾਂਸ਼ੀ ਰਾਮ ਦੀ ਰਿਹਾਇਸ਼ ਤੋਂ ਬਾਹਰ ਆਇਆ ਤਾਂ ਮੈਂ ਉਹਨਾਂ ਨੂੰ ਪੁੱਛਣ ਲਈ ਸਵਾਲ ਕੀਤਾ ਕਿ ਅਸਲ ਵਿੱਚ ਕੀ ਅਜਿਹਾ ਹੋ ਸਕਦਾ, ਬੀਜੇਪੀ ਤੇ ਬਹੁਜਨ ਸਮਾਜ ਪਾਰਟੀ ਸਰਕਾਰ ਬਣ ਸਕਦੀ ਹੈ। ਤੇ ਪਰ ਸਾਹਿਬ ਅੰਦਰੋਂ ਆਏ, ਉਹਨਾਂ ਨੇ ਗੁੱਸੇ ਵਿੱਚ ਉਹ ਥੱਪੜ ਮਾਰ ਦਿੱਤਾ। ਅਸਲ ਵਿੱਚ ਜਸਪਾਲ ਸਿੰਘ ਜੋ UNI ਦੇ ਪੱਤਰਕਾਰ ਸੀ ਚੰਡੀਗੜ੍ਹ ਤੋਂ, ਮੈਂ ਉਹਨਾਂ ਨੂੰ ਖੁਦ ਜਦੋਂ ਮਿਲਿਆ ਤਾਂ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਾਰਾ ਕਸੂਰ ਆਸ਼ੂਤੋਸ਼ ਦਾ ਸੀ। ਆਸ਼ੂਤੋਸ਼ ਬਾਰ-ਬਾਰ ਜਿਹੜੀ ਬਾਉਂਡਰੀ ਸੀ ਉਹ ਗੇਟ ਟੱਪ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ, ਕਿਉਂਕਿ ਉਸ ਵਕਤ ਉਹਨਾਂ ਦਾ ਜੋ ਬੜਾ ਦਰਮਿਆਨਾ ਜਿਹਾ ਕੱਦ ਸੀ, ਹਲਕਾ ਜਿਹਾ ਕੱਦ ਸੀ। ਜਦੋਂ ਸਾਹਿਬ ਕਾਂਸ਼ੀ ਰਾਮ ਨੇ ਆਸ਼ੂਤੋਸ਼ ਦੇ ਥੱਪੜ ਮਾਰਿਆ ਤਾਂ ਪੂਰੀ ਭਾਰਤੀ ਮੀਡੀਆ ਸੁੰਨ ਹੋ ਕੇ ਰਹਿ ਗਿਆ। ਤੇ ਜਦੋਂ ਜਸਪਾਲ ਸਿੰਘ ਨੇ ਮੈਨੂੰ ਦੱਸਿਆ ਕਿ ਸਾਰਾ ਕਸੂਰ ਉੱਥੇ ਆਸ਼ੂਤੋਸ਼ ਦਾ ਸੀ, ਉੱਥੇ ਬੰਗਲੌਰ ਤੋਂ UNI ਦੇ ਰਿਪੋਰਟਰ ਜੀ ਸ਼ੇਖਰ ਵੀ ਸੀ। ਤੇ ਜੀ ਸ਼ੇਖਰ, ਜਸਪਾਲ ਸਿੰਘ ਦੱਸਦਾ ਕਿ ਮੈਂ 5 ਮਿੰਟ ਬਾਅਦ ਉੱਥੇ ਪਹੁੰਚਿਆ, ਪਰ ਜੀ ਸ਼ੇਖਰ ਨੇ ਮੈਨੂੰ ਸਾਰੀ ਕਹਾਣੀ ਦੱਸੀ ਜੋ UNI ਦੇ ਰਿਪੋਰਟਰ ਸੀ ਬੰਗਾਲ ਤੋਂ, ਵੀ ਇਹ ਸਾਰਾ ਵਰਤਾਂਤ ਜਿਹੜਾ ਮੇਰੇ ਅੱਖਾਂ ਦੇ ਸਾਹਮਣੇ ਵਾਪਰਿਆ, ਇਹਦੇ ਵਿੱਚ ਸਾਰਾ ਕਸੂਰ ਆਸ਼ੂਤੋਸ਼ ਦਾ। ਪਰ ਸਾਰਾ ਭਾਰਤ ਦਾ ਮੀਡੀਆ ਇਕੱਠਾ ਹੋ ਗਿਆ, ਉਹਨੇ ਦਿੱਲੀ 'ਚ ਮਾਰਚ ਵੀ ਕੀਤਾ ਤੇ ਮੌਕੇ ਦੀ ਸਰਕਾਰ ਨੇ ਉਹਨਾਂ 'ਤੇ ਲਾਠੀਚਾਰਜ ਵੀ ਕੀਤਾ। ਨਾ ਭਾਰਤੀ ਮੀਡੀਆ ਟਸ ਤਮਾਸ਼ਾ ਸੁਣਨ ਤਿਆਰ ਸੀ, ਨਾ ਸਾਹਿਬ ਕਾਂਸ਼ੀ ਰਾਮ ਸੌਰੀ ਫੀਲ ਕਰਨ ਨੂੰ ਤਿਆਰ ਸੀ। ਔਰ ਇੱਕ ਗੱਲ ਤਾਂ ਪੱਕੀ ਆ ਵੀ ਅਸੀਂ ਜਦੋਂ ਸਾਹਿਬ ਨੂੰ ਅਨਾਲਿਸਿਸ ਕਰਦੇ ਹਾਂ, ਉਹਨਾਂ ਨੂੰ ਲਿਖਦੇ ਹਾਂ ਜਾਂ ਪੜ੍ਹਦੇ ਹਾਂ, ਸੌਰੀ ਸ਼ਬਦ ਉਹਨਾਂ ਦੀ ਡਿਕਸ਼ਨਰੀ ਵਿੱਚੋਂ ਕਿਤੇ ਨਹੀਂ ਮਿਲਦਾ। ਪਰ ਭਾਰਤੀ ਮੀਡੀਆ ਨੇ ਪੂਰਾ 1 ਸਾਲ ਉਹਨਾਂ ਦਾ ਬਾਈਕਾਟ ਕਰੀ ਰੱਖਿਆ। ਉਸ ਤੋਂ ਬਾਅਦ ਪੰਜਾਬ ਵਿੱਚ 2002 ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਜਨਵਰੀ 2001 ਵਿੱਚ ਸਾਹਿਬ ਆਪਣੇ ਡੇਰੇ ਲਾ ਚੁੱਕੇ ਸੀ। ਤੇ ਇਹਨਾਂ ਦਿਨਾਂ ਦਰਮਿਆਨ ਉਹਨੂੰ ਖਰੜ ਵਿੱਚ ਖਰੜ ਦੇ ਰੈਸਟੋਰੈਂਟ ਵਿੱਚ ਇੱਕ ਪ੍ਰੈਸ ਕਾਨਫਰੰਸ ਸੀ, ਤੇ ਜੋ ਦੀ ਟ੍ਰਿਬਿਊਨ ਦਾ ਪੱਤਰਕਾਰ ਸੀ ਸ਼ਸ਼ੀ ਪਾਲ, ਤੇ ਉਹ ਥੋੜ੍ਹੇ ਜਿਹੇ ਦੂਰ ਬੈਠ ਗਏ, ਪਰ ਸਾਹਿਬ ਨੇ ਉਹਨੂੰ ਕਿਹਾ ਕਿ ਤੁਸੀਂ ਨੇੜੇ ਆ ਜਾਓ ਮੇਰੀ। ਤਾਂ ਸ਼ਸ਼ੀ ਪਾਲ ਕਹਿੰਦੇ ਨਹੀਂ ਸਾਹਿਬ ਜੀ, ਅਸੀਂ ਦੂਰੇ ਠੀਕ ਹੈ। ਤੇ ਕਿਉਂਕਿ ਸਾਹਿਬ ਨੂੰ ਘਟਨਾ ਚੇਤੇ ਆ ਗਿਆ ਆਸ਼ੂਤੋਸ਼ ਵਾਲੀ, ਤੇ ਪਰ ਸਾਹਿਬ ਨੇ ਦੁਹਰਾਉਂਦਿਆਂ ਕਿਹਾ ਕਿ ਜਦੋਂ ਤੁਹਾਡੀ ਕੋਈ ਕੰਧ ਟੱਪ ਕੇ ਬਾਰ-ਬਾਰ ਅੰਦਰ ਆਉਣ ਦੀ ਕੋਸ਼ਿਸ਼ ਕਰੂਗਾ, ਉਹ ਥੱਪੜ ਤਾਂ ਖਾਊਗੇ। ਪਰ ਆਸ਼ੂਤੋਸ਼ ਨੇ ਇਸ ਗੱਲ ਨੂੰ ਨਹੀਂ ਮੰਨਿਆ ਕਿ ਗਲਤੀ ਮੇਰੀ ਸੀ। ਔਰ ਜਦੋਂ ਲੁਧਿਆਣੇ ਵਿੱਚ ਇੱਕ ਬਹੁਤ ਵੱਡੀ ਰੈਲੀ ਕੀਤੀ ਤਾਂ ਆਸ਼ੂਤੋਸ਼ ਦਾ ਜਿਹੜਾ ਚੈਨਲ ਦਾ ਚੀਫ ਸੀ SP ਸਿੰਘ, ਤੇ ਸਾਹਿਬ ਨੇ ਉਹਨੂੰ ਕਿਹਾ ਕਿ ਸਾਡੇ ਲੁਧਿਆਣੇ ਵਿੱਚ ਰੈਲੀ ਹੈ, ਇਸ ਕਰਕੇ ਤੁਸੀਂ ਆਪਣਾ ਪੱਤਰਕਾਰ ਭੇਜੋ। ਤੇ ਉਸੇ ਵੇਲੇ ਬੁਲਾ ਕੇ ਆਸ਼ੂਤੋਸ਼ ਨੂੰ ਕਿਹਾ SP ਸਿੰਘ ਨੇ ਕਿ ਕੀ ਤੂੰ ਉੱਥੇ ਜਾਣਾ ਪਸੰਦ ਕਰੂੰਗਾ? ਤਾਂ ਆਸ਼ੂਤੋਸ਼ ਨੇ ਕਿਹਾ ਕਿਉਂ ਨਹੀਂ, ਮੈਂ ਜਾ ਸਕਦਾ, ਮੈਨੂੰ ਕੋਈ ਪ੍ਰੋਬਲਮ ਨਹੀਂ। ਆਸ਼ੂਤੋਸ਼ ਨੇ ਸਾਹਿਬ ਕਾਂਸ਼ੀ ਰਾਮ ਦੀ ਸੰਸਕਾਰ ਤੋਂ ਬਾਅਦ ਇੱਕ ਆਰਟੀਕਲ ਵੀ ਲਿਖਿਆ ਸੀ, ਜਿਸ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਸਾਹਿਬ ਕਾਂਸ਼ੀ ਰਾਮ ਦਾ ਇਤਿਹਾਸਕ ਥੱਪੜ ਖਾਧਿਆਂ ਨੂੰ ਕੋਈ ਬਹੁਤਾ ਚਿਰ ਨਹੀਂ ਸੀ ਹੋਇਆ, ਤੇ ਕਿ ਮੈਨੂੰ ਮੇਰੇ ਚੀਫ ਨੇ ਬੁਲਾ ਕੇ, ਐਡੀਟਰ ਨੇ ਲੁਧਿਆਣੇ ਦੀ ਰੈਲੀ ਕਵਰ ਕਰਨ ਨੂੰ ਕਿਹਾ, ਤਾਂ ਮੈਂ ਮੰਨ ਗਈ। ਔਰ ਜਦੋਂ ਲੁਧਿਆਣੇ ਰੈਲੀ ਹੋਈ ਤਾਂ ਉਸ ਤੋਂ ਪਹਿਲਾਂ ਇੱਕ ਪ੍ਰੈਸ ਵਾਰਤਾ ਹੋਈ। ਪ੍ਰੈਸ ਵਾਰਤਾ ਵਿੱਚ ਆਸ਼ੂਤੋਸ਼ ਉਸ ਪ੍ਰੈਸ ਵਾਰਤਾ ਵਿੱਚ ਮੌਜੂਦ ਸੀ। ਤਾਂ ਸਾਹਿਬ ਕਾਂਸ਼ੀ ਰਾਮ ਨੇ ਉਸ ਨੂੰ ਗਾਲੇ ਨਾਲ ਲਾਉਂਦਿਆਂ ਕਿਹਾ ਕਿ ਕੁਝ ਵੀ ਪਰਸਨਲ ਨਹੀਂ ਸੀ, ਉਸ ਵਿੱਚ ਮੇਰਾ ਕੁਝ ਵੀ ਪਰਸਨਲ ਨਹੀਂ ਸੀ। ਇਹ ਗੱਲ ਜਸਪਾਲ ਸਿੰਘ ਨੇ ਮੈਨੂੰ ਕਹੀ ਕਿ ਅਸੀਂ ਉਹਨਾਂ ਨੂੰ ਕਿਹਾ ਕਿ ਸਾਹਿਬ ਜੀ ਆਸ਼ੂਤੋਸ਼ ਤੁਹਾਡੇ ਬੱਚਿਆਂ ਵਰਗਾ ਆ, ਵੀ ਚਲ ਕੋਈ ਗੱਲ ਨਹੀਂ, ਜੇ ਕੋਈ ਗੱਲਬਾਤ ਹੋਵੇ ਤਾਂ ਤੁਸੀਂ ਮਾਫ਼ ਕਰ ਦਿਓ। ਤਾਂ ਉਸ ਤੋਂ ਬਾਅਦ ਇਹਨਾਂ ਨੇ ਸਾਹਿਬ ਨੇ ਉਹਨੂੰ ਗਲੇ ਨਾਲ ਉਹਦਾ ਕਿਹਾ ਕਿ ਕੁਝ ਆਸ਼ੂਤੋਸ਼ ਜੀ ਕੁਝ ਪਰਸਨਲ ਨਹੀਂ ਸੀ। ਔਰ ਆਸ਼ੂਤੋਸ਼ ਨੂੰ ਉਹ ਸ਼ਾਇਦ ਬੜਾ ਵਧੀਆ ਲੱਗਿਆ। ਪਰ ਜਦੋਂ ਰੈਲੀ ਹੋਈ, ਰੈਲੀ ਤੋਂ ਦੂਸਰੇ ਦਿਨ ਬਾਅਦ
ਮੀਡੀਆ ਸੀ ਜੋ ਪੰਜਾਬ ਦਾ ਮੀਡੀਆ, ਉਹਦੇ ਵਿੱਚ ਇੱਕ ਖਬਰ ਲੱਗੀ ਕਿ ਆਸ਼ੂਤੋਸ਼ ਵਿਕ ਗਿਆ, ਆਸ਼ੂਤੋਸ਼ ਕਾਂਸ਼ੀਰਾਮ को ਵਿਕ ਗਿਆ। ਕਿਉਂਕਿ ਇੱਕ ਤਾਂ ਆਸ਼ੂਤੋਸ਼ ਕਰਕੇ ਪੂਰੇ ਭਾਰਤੀ ਮੀਡੀਆ ਨੇ ਬਾਈਕਾਟ ਕੀਤਾ ਹੋਇਆ ਸੀ, ਪਰ ਦੂਸਰੇ ਪਾਸੇ ਕਿਤੇ ਨਾ ਕਿਤੇ ਕਾਂਸ਼ੀਰਾਮ ਵੱਲੋਂ ਉਹਨਾਂ ਨੂੰ ਗਲੇ ਲਗਾਉਣਾ ਮੀਡੀਆ ਵਿੱਚ ਇੱਕ ਹਊਆ ਬਣ ਜਾਣ ਦੇ ਬਰਾਬਰ ਸੀ। ਪਰ ਉਸ ਤੋਂ ਬਾਅਦ ਆਸ਼ੂਤੋਸ਼ ਨੇ ਆਪਣੇ ਇੱਕ ਆਰਟੀਕਲ ਵਿੱਚ ਇਹ ਵੀ ਲਿਖਿਆ ਕਿ ਜਦੋਂ ਅਸੀਂ ਰੈਲੀ ਨੂੰ ਕਵਰ ਕਰਨ ਤੋਂ ਬਾਅਦ ਜੋ ਚਾਰਟਰਡ ਪਲੇਨ ਸੀ ਉਹਦੇ ਵਿੱਚ ਬੈਠ ਕੇ ਅਸੀਂ ਸਾਰੇ ਪੱਤਰਕਾਰ ਦਿੱਲੀ ਵਾਪਸ ਲਈ ਜਾਣ ਲੱਗੇ ਤਾਂ ਇੱਕ ਗੱਡੀ ਆ ਕੇ ਰੁਕੀ। ਜਹਾਜ਼ ਰਨਵੇ ਤੇ ਉੱਡਣ ਲਈ ਤਿਆਰ ਸੀ ਤੇ ਜਦੋਂ ਸਭ ਗੱਡੀ ਵਿੱਚ ਉਤਰੇ ਤਾਂ ਉਹਨਾਂ ਨੇ ਸਾਰੇ ਪੱਤਰਕਾਰ ਨੂੰ ਹੱਥ ਲਾ ਕੇ ਉਹਨਾਂ ਦਾ ਅਭਿਨੰਦਨ ਕੀਤਾ। ਔਰ ਸ਼ਾਇਦ ਇਹ ਆਪਣੇ ਆਪ ਵਿੱਚ ਇੱਕ ਪਹਿਲੀ ਘਟਨਾ ਸੀ ਜਦੋਂ ਸਾਹਿਬ ਕਿਸੇ ਪੱਤਰਕਾਰਾਂ ਨੂੰ ਵਿਦਾਈ ਕਰਨ ਲਈ ਤੇ ਉਹ ਕਿਸੇ ਏਅਰਪੋਰਟ ਤੇ ਆਏ ਹੋਣ ਜਾਂ ਉਸ ਜਿਹੜਾ ਹੈਲੀਪੈਡ ਬਣਾਇਆ ਸੀ ਉਸ ਤੇ ਆਏ ਹੋਣ। ਪਰ ਉਸ ਤੋਂ ਬਾਅਦ ਆਸ਼ੂਤੋਸ਼ ਸਾਹਿਬ ਕਾਂਸ਼ੀਰਾਮ ਦੇ ਨਾਨਕੇ ਪਿੰਡ 2 ਵਾਰੀ ਆਏ, ਭੂੰਗਾ ਸਾਹਿਬ, ਉਸ ਤੋਂ ਪਿੱਛੋਂ। ਪਰ ਜਦੋਂ ਮੇਰੇ ਸੰਪਰਕ ਸੂਤਰਾਂ ਨੇ ਆਸ਼ੂਤੋਸ਼ ਨੂੰ ਇਸ ਬਾਰੇ ਪੁੱਛਿਆ ਤਾਂ ਆਸ਼ੂਤੋਸ਼ ਨੇ ਕਿਹਾ ਕਿ ਮੈਨੂੰ ਇਹਦੇ ਬਾਰੇ ਹੁਣ ਕੁਝ ਯਾਦ ਨਹੀਂ। ਤੇ ਇਹ ਸੀ ਪਰਦੇ ਦੇ ਪਿੱਛੇ ਦੀ ਕਹਾਣੀ। ਤੇ ਆਪਾਂ ਉਹਨਾਂ ਦੀ ਇੰਟਰਵਿਊ ਵੀ ਸੁਣ ਲੈਂਦੇ ਹਾਂ ਜਿਨ੍ਹਾਂ ਵਿੱਚ ਉਹ ਸਾਰਾ ਵਰਤਾਂਤ खुद दस रहे। कांशीराम थे बीएसपी के फाउंडर, बड़े नेता। Do you remember he slapped you? Yes, you were there, I think. I was there. Can you remind our audience what had happened? मैं ये आपको याद दिलाने की कोशिश कर रही हूँ। उस दिन हमारे पॉडकास्ट पे वीर सांघवी थे। He said कि मेमोरी ना थोड़ी लोगों की कम ड्यूरेशन तक जाती है। If you go back in history, you will find there were always politicians who tried to control media. There were always authoritarian entities. तो मुझे ये कांशीराम जी की कहानी याद आई। तो अब आप बताएं। उसमें क्या हुआ था, एज यू ऑल्सो नो दिस, कि बीजेपी और उत्तर प्रदेश में चुनाव हुए थे और किसी को बहुमत नहीं मिला था और करीब 5-6 महीने तक प्रेसिडेंट रूल लगा हुआ था। उस बीच में ये खबर आई थी कि बीएसपी और बीजेपी के बीच में कुछ साठगांठ हो रही है। और उन दिनों जो डिप्टी स्पीकर थे वो तो सूरज भान हरियाणा के थे, बीजेपी के नेता थे। ही वॉज अ दलित, so he was used by the BJP to have some kind of a relationship with BJP। and तो वो मुझे कहीं से ये पता चला कि सूरज भान जा रहे हैं। so मैं उनके घर पे जाके बैठ गया। अच्छा, वो पहले, चूंकि ये खबर पहले से आ चुकी थी, बीजेपी और आरएसएस के बीच में कुछ ना कुछ चल रहा है, तो हम 2-3 दिन पहले से जाके सुबह से जाते थे 10 बजे और रात तक 7-8 बजे तक बैठे रहते थे। कभी कोई बाइट मिल जाती थी, कभी स्टोरी नहीं होती थी। तो उन दिनों इत्तेफाक की बात है, सूरज भान वहां मिल गए और वो बाहर निकले तो मैंने उनको कैमरे के ऊपर पकड़ लिया और कैमरे मैंने उनसे पूछा क्या हो, तो उन्होंने कहा ऑब्वियसली हम मौसम के बारे में बातचीत नहीं कर रहे थे। तो एक तो डिप्टी स्पीकर नॉर्मली सपोज टू बी न्यूट्रल, वो कर रहे थे। दूसरा, कांशीराम को ये लग रहा था कि ये जो टीवी कैमरा वाले आके बैठ जाते हैं, तब टीवी कैमरा को लोग बहुत ही इंट्रूसिव मानते थे कि यार हर जगह घुस जाते हैं, बाइट लेके जाते हैं, कोई मर भी रहा है तो भी उसके मुंह में बाइट, इस तरीके की बड़ी थियरी चलती थी उन दिनों। तो थोड़ी देर बाद कांशीराम बाहर निकले वहां से, और जब कांशीराम बैठे गाड़ी में, वो बैठने लगे तो मैंने अपना माइक लेके बोला कि सर क्या बातचीत हुई, तो उनका इसने मेरा जीना हराम कर दिया। देन दी स्लैप भी उनका थप्पड़ चलाना ही था। उसके बाद तो सारे लोग मेरे ऊपर कूद पड़े, मेरे कपड़े पड़े फट गए, बाकी लोग एक बड़ा हंगामा। सारे लोग भी बीएसपी के, सारे बीएसपी के हाँ। जो ऑफिस के उस वक्त जो सारे लोग थे उन लोगों ने मेरे कूद पड़े। बात बहुत बड़ी खबर बन गई। अगले दिन की सारी खबरों में हेडलाइन थी, एच डी देवेगौड़ा प्राइम मिनिस्टर थे, हम लोग इंद्रजीत गुप्ता से मिलने गए, एच डी देवेगौड़ा से मिलने गए। फिर वो नॉर्थ ब्लॉक तक पत्रकारों का एक जत्था भी गया जहां पुलिस ने लाठीचार्ज भी किया, लोग कुछ पत्रकार पिटे भी उसमें। बाद में कुछ दिनों के बाद इसको भी लोगों ने बहुत मैनिपुलेट किया इस खबर को। सिर्फ इतनी सी बात थी कि हमें बीजेपी बीएसपी के बीच में गठबंधन की खबर मिली थी। मैं पत्रकार होने के नाते में बीएसपी मेरी बी डील थी। मैंने उनकी बाइट ली, उनको गुस्सा आ गया, उन्होंने मेरे ऊपर हाथ चला दिया। बट ये कांशीराम का असली चेहरा नहीं था, वो गुस्से में उनका निकला हुआ एक रिएक्शन था। उसमें कोई डिजाइन नहीं थी, उसमें कोई षड्यंत्र नहीं था। बाद में कांशीराम Did he ever apologize to you? That's why I'm explaining। तो एसपी सिंह हमारे एडिटर थे जो आवाज इस दुनिया में नहीं है। तो 1-1.5 महीने के बाद बीएसपी की तरफ से जो उनको मीडिया इंचार्ज थे, वो भी आजकल अब दुनिया में नहीं है, वो आए और उन्होंने एसपी से कहा कि जालंधर में हमारी लुधियाना में हमारी एक रैली है,
आप अपनी कोई टीम भेज दीजिए। तो एसपी ने उनकी तरफ देखा, बोला जाएगा तो एक ही लड़का। बोला कौन? बोला आशुतोष ही जाएगा। आप कांशीराम से बात कर लो कि वो उनको स्वीकार है कि नहीं स्वीकार है। और फिर उसके बाद उन्होंने ये बात मुझे बाद में बताई। फिर उन्होंने मुझे बुलाया, बोला ऐसा ऐसा है कि वो जा रहे हैं, तो तुम जाओगे? मैंने कहा आप कहेंगे तो हम चले जाएंगे, मुझे कोई दिक्कत नहीं है। तो खैर कांशीराम ने भी कहा हाँ ठीक है, मुझे कोई प्रॉब्लम नहीं है। तो फिर हम लुधियाना गए। लुधियाना जब मैं पहुंचा तो उनकी प्रेस कॉन्फ्रेंस खत्म हो रही थी। प्रेस कॉन्फ्रेंस खत्म हुई, उन्होंने मेरी तरफ देखा, वो आए, हेल्ड मी लाइक एन एल्डर एंड ही सेड नथिंग पर्सनल। आई थिंक अभी भी मैं बात कर रहा हूँ, देखिए मेरे रोंगटे खड़े हो रहे हैं। ये कांशीराम की महानता थी कि उनसे गलती हुई थी, लेकिन उन्होंने कभी पर्सनल उसको नहीं बनाया। और मैं हमेशा बीएसपी कवर करता रहा, कभी मुझे बीएसपी के किसी आदमी ने मेरे साथ कोई बदतमीजी नहीं की उसके बाद, नेवर एवर। जब वो डेथ बेड पे थे तब भी मैं उनसे मिलने गया था, उनसे बातचीत मैंने की थी। तब एक इंटरव्यू, कई बार उसके बाद उनका इंटरव्यू किया, मायावती का मैंने इंटरव्यू किया, बीएसपी लगातार मेरी बीट में। डू यू थिंक दैट फेज इज ओवर? मतलब मुझे आपकी कहानी नहीं, जब हम एयरपोर्ट जा रहे थे तो एक प्राइवेट प्लेन था जहां पे हम लोगों को लेके गए थे, वो बीएसपी की तरफ से लेके गए थे। वो एयरपोर्ट तक आए, एयरपोर्ट में बैठे और